ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਬਿਨਾਂ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ। ਆਪ ਭਾਗਾਂ ਵਾਲੇ ਹੋ, ਸਤਿਗੁਰਾਂ ਦੀ ਲੜੀਵਾਰ ਕਥਾ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ। 11ਵੀਂ ਅਸ਼ਟਪਦੀ ਦੀ 6ਵੀਂ ਪੌੜੀ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ ਆ। 7ਵੀਂ ਪੌੜੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਸਾਨੂੰ ਉਪਦੇਸ਼ ਦੇ ਰਹੇ ਨੇ। ਆਪਾਂ ਸਮੂਹ ਸੰਗਤਾਂ ਨੇ ਹੀ ਮਿਲ ਕਰਕੇ ਸਰਵਣ ਕਰਨੇ ਹੈ। ਆਓ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਮਹਾਰਾਜ 11ਵੀਂ ਅਸ਼ਟਪਦੀ ਦੀ 7ਵੀਂ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਨੇ, ਕੀ ਉਪਦੇਸ਼ ਦੇ ਰਹੇ ਨੇ। ਆਓ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਹੁ ਹੋਏ ਪੰਡਤ ਕਰੇ ਬਖਿਆਨ, ਕਬਹੁ ਮੋਨ ਧਾਰੀ ਲਾਵੇ ਧਿਆਨ, ਕਬਹੁ ਹੋਏ ਪੰਡਤ ਕਰੇ ਬਖਿਆਨ। ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਕਰ ਰਹੇ ਹਨ ਤੇ ਕਦੇ ਤਾਂ ਜੀਵ ਪੰਡਤ ਵਿਦਵਾਨ ਹੋ ਕੇ ਬਖਿਆਨ ਭਾਵ ਕੀ ਵਿਚਾਰਾਂ ਦਾ ਬਖਿਆਨ ਕਰਦਾ ਹੈ। ਕਬਹੁ ਮੋਨ ਧਾਰੀ ਲਾਵੇ ਧਿਆਨ, ਤੇ ਕਦੇ ਜੀਵ ਮੋਨ ਧਾਰੀ ਭਾਵ ਕੀ ਮੋਨੀ ਬਣ ਕੇ ਧਿਆਨ ਲਾਉਣਾ ਕਰਦਾ ਹੈ। ਕਬਹੁ ਤਟ ਤੀਰਥ ਇਸ਼ਨਾਨ, ਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਕਦੇ ਤੀਰਥਾਂ ਦੇ ਤਟ ਕਿਨਾਰਿਆਂ ਤੇ ਜਾ ਕੇ ਇਸ਼ਨਾਨ ਕਰਦਾ ਰਹਿੰਦਾ ਹੈ। ਕਬਹੁ ਸਿੱਧ ਸਾਧਕ ਮੁਖ ਗਿਆਨ, ਤੇ ਕਦੇ ਸਤਿਗੁਰ ਫਰਮਾਉਂਦੇ ਹਨ ਕਿ ਰਿੱਧੀਆਂ ਸਿੱਧੀਆਂ ਵਾਲਾ ਅਤੇ ਸਾਧਕੇ ਸਾਧਨਾ ਕਰਨ ਵਾਲਾ ਕਹਾਉਂਦਾ ਹੈ। ਤੇ ਕਦੇ ਮੁਖ ਦੇ ਵਿੱਚੋਂ ਕਬਹੁ ਸਿੱਧ ਸਾਧਕ ਮੁਖ ਗਿਆਨ, ਤੇ ਕਦੇ ਮੁਖ ਦੇ ਵਿੱਚੋਂ ਮੂੰਹ ਵਿੱਚੋਂ ਗਿਆਨ ਦੀਆਂ ਗੱਲਾਂ ਕਰਦਾ ਹੈ। ਭਾਵ ਕਿ ਸਿੱਧ ਸਾਧਕ ਹੋ ਕੇ ਮੂੰਹ ਤੋਂ ਗਿਆਨ ਕਥਨ ਕਰਦਾ ਹੈ। ਕਬਹੁ ਕੀਟ ਹਸਤ ਪਤੰਗ ਹੋਏ ਜੀਆ, ਸਤਿਗੁਰੂ ਜੀ ਫਰਮਾਉਂਦੇ ਹਨ ਕਿ ਕਦੇ ਤਾਂ ਕੀੜਾ ਹਸਤ ਭਾਵ ਹਾਥੀ ਤੇ ਪਤੰਗ ਇੱਕ ਪਤੰਗਾ ਹੁੰਦਾ ਹੈ, ਦੀਵੇ ਦੀ ਲੋ ਦੇ ਉੱਪਰ ਘੁੰਮਦਾ ਆ ਤੇ ਉਹਦੇ ਉੱਪਰ ਆ ਕੇ ਸੜ ਜਾਂਦਾ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਬਹੁ ਕੀਟ ਹਸਤ ਪਤੰਗ ਹੋਏ ਜੀਆ, ਭਾਵ ਕਿ ਇਹ ਜੂਨਾਂ ਦੇ ਵਿੱਚ ਅਨੇਕ ਜੋਨ ਭਰਮੈ ਭਰਮੀਆਂ, ਇਸ ਤਰ੍ਹਾਂ ਕੀੜਿਆਂ ਹਾਥੀਆਂ ਪਤੰਗਿਆਂ ਦੀਆਂ ਜੂਨਾਂ ਦੇ ਵਿੱਚ ਭਰਮ ਭਰਮਾ ਰਿਹਾ ਹੈ। ਜਿਵੇਂ ਸਤਿਗੁਰੂ ਫਰਮਾਉਂਦੇ ਨੇ, ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ। ਇਸ ਤਰ੍ਹਾਂ ਕਹਿੰਦੇ ਜੂਨਾਂ ਦੇ ਵਿੱਚ ਭਵਾ ਰਿਹਾ ਹੈ। ਨਾਨਾ ਰੂਪ ਜਿਉ ਸਵਾਗੀ ਦਿਖਾਵੈ, ਸਤਿਗੁਰੂ ਫਰਮਾਉਂਦੇ ਨਾਨਾ ਦਾ ਅਰਥ ਹੈ ਅਨੇਕਾਂ ਹੀ ਪ੍ਰਕਾਰ, ਅਨੇਕਾਂ ਹੀ ਤਰ੍ਹਾਂ ਦੇ ਸਵਾਗ ਭਾਵ ਕੀ ਧਾਰਨ ਵਾਲੇ ਨਕਲੀਏ ਤਰ੍ਹਾਂ ਤਰ੍ਹਾਂ ਦੇ ਲਿਬਾਸ ਪਾ ਕੇ ਦਿਖਾਵਾ ਦਿਖਾਉਂਦਾ ਕਰ ਰਿਹਾ ਹੈ। ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਜਿਵੇਂ ਉਸ ਪ੍ਰਕਾਰ ਕਾਲ ਪੁਰਸ਼ ਪਰਮੇਸ਼ਰ ਨੂੰ ਭਾਉਂਦਾ ਹੈ, ਜਿਉਂ ਉਸ ਨੂੰ ਭਾਵੇ ਤਿਵੇਂ ਤਿਵੇਂ ਜੀਵਾਂ ਨੂੰ ਨਚਾ ਰਿਹਾ ਹੈ। ਜੋ ਤਿਸ ਭਾਵੈ ਸੋਈ ਹੋਏ, ਸਤਿਗੁਰੂ ਜੀ ਫਰਮਾਉਂਦੇ ਨੇ ਜੋ ਤਿਸ ਭਾਵੀ, ਜੋ ਜੋ ਉਸ ਪਰਮੇਸ਼ਰ ਕਾਲ ਪੁਰਖ ਨੂੰ ਭਾਉਂਦਾ ਹੈ, ਜੋ ਚੰਗਾ ਲੱਗਦਾ ਸੋਈ ਸੋਈ ਹੋ ਰਿਹਾ ਹੈ। ਨਾਨਕ ਦੂਜਾ ਅਵਰ ਨਾ ਕੋਏ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਦੂਜਾ ਨਹੀਂ ਆ ਕਿ ਜੋ ਇਸ ਸ੍ਰਿਸ਼ਟੀ ਨੂੰ ਚਲਾ ਸਕੇ। ਭਾਵ ਜੋ ਕੁਝ ਸ੍ਰਿਸ਼ਟੀ ਵਿੱਚ ਹੋ ਰਿਹਾ ਆ, ਜੋ ਕੁਝ ਜੀਵ ਕਰ ਰਹੇ ਨੇ, ਉਹ ਪਰਮੇਸ਼ਰ ਕਾਲ ਪੁਰਖ ਹੀ ਕਰ ਰਿਹਾ ਹੈ। ਸੋ ਇਹ ਜੀਵਾਂ ਦੀ ਅਲਪਗਤਾ ਹੈ,
ਕਿ ਉਹ ਬਿਨਾਂ ਗਿਆਨ ਤੋਂ ਪਰਮੇਸ਼ਰ ਅਕਾਲ ਪੁਰਖ ਨੇ ਇਸੇ ਕਰਕੇ ਇੰਨਾ ਵੱਡਾ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਖਸ਼ੇ ਗਏ। ਅਸੀਂ ਪੜ੍ਹੀਏ, ਸੁਣੀਏ, ਵਿਚਾਰੀਏ ਤੇ ਸਤਿਗੁਰਾਂ ਦੇ ਦੱਸੇ ਮਾਰਗ ਤੇ ਚੱਲੀਏ। ਫਿਰ ਅਲਪਗਤਾ ਗਿਆਨ ਆਵੇਗਾ ਤੇ ਸਤਿਗੁਰਾਂ ਨੇ ਜਿਹੜੇ ਸਾਨੂੰ ਦੱਸਿਆ ਹੈ ਨਾਮ ਜਪਣ ਵਾਸਤੇ, ਰਹਿਤ ਵਾਸਤੇ, ਉਸ ਤੇ ਚੱਲਣਾ ਕਰੀਏ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਨੇ ਗੁਰੂ ਸਾਹਿਬ ਬਖਸ਼ ਲੈਣ। ਆਪ ਸਮੂਹ ਸੰਗਤਾਂ ਨੇ ਹੀ 11ਵੀਂ ਅਸ਼ਟਪਦੀ ਦੀ 7ਵੀਂ ਪੌੜੀ ਸਰਵਣ ਕੀਤੀ ਆ। ਇਸੇ ਤਰ੍ਹਾਂ ਹੀ ਲੜੀਵਾਰ ਅਖੀਰਲੀ 8ਵੀਂ ਪੌੜੀ ਦੀ ਕਥਾ ਹੋਵੇਗੀ ਤੇ ਇਸੇ ਤਰ੍ਹਾਂ ਫਿਰ 12ਵੀਂ ਅਸ਼ਟਪਦੀ ਆਰੰਭ ਹੋਵੇਗੀ। ਸਮੂਹ ਸੰਗਤਾਂ ਨੇ ਨਿਮਰਤਾ ਸਹਿਤ ਪੂਰਨ ਸੁਖਮਨੀ ਸਾਹਿਬ ਦੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗ ਗੁਰੂ ਸਾਹਿਬ ਬਖਸ਼ਣਾ। ਆਓ ਆਖਰੀਆਂ ਪੰਕਤੀਆਂ ਦੇ ਜਾਪ ਕਰਤੇ ਸਮਾਪਤੀ ਕਰਦੇ ਹਾਂ ਜੀ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।